ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰੁਣਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਉ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਕਰੇ ਆ ਗੱਲ ਤਾਂ ਸੁਣੀ ਜਰਾ। ਮੈਂ ਵੇਲੀ ਨਹੀਂ। ਕਿਸੇ ਵੇਲੇ ਤੇ ਅੜਬਪਣਾ ਛੱਡ ਦਿਆ ਕਰ, ਹਰ ਵੇਲੇ ਚੜੇ ਘੋੜੇ ਸਵਾਰ ਹੀ ਰਹਿਣੀ ਹੈ। ਹਾਂ ਛੇਤੀ ਦੱਸ, ਮੈਂ ਭਾਂਡੇ ਸਾਫ਼ ਕਰਨੇ ਆ। ਓਏ ਆ ਧਾਤ ਦੇ ਭਾਂਡੇ ਤੇ ਤੂੰ ਸਾਫ਼ ਕਰ ਲੇਂਗੀ, ਆ ਜਿਹੜਾ ਆਪਣਾ ਭਾਂਡਾ ਗੰਦਾ ਹੋਣ ਡਿਆ ਇਹਦੇ ਬਾਰੇ ਕੁਝ ਸੋਚਿਆ ਹੀ? ਕਿਹੜੇ ਭਾਂਡੇ ਦੀ ਗੱਲ ਕਰਦਾ? ਆ ਕਰਨੈਲ ਦੀ। ਮੈਨੂੰ ਲੱਗਦਾ ਸ਼ਰਾਬ ਪੀਣ ਲੱਗ ਪਿਆ ਈ। ਬਸ ਇੰਨੀ ਗੱਲ ਹੀ ਸੀ। ਲੋਕ ਘਰ ਘਰ ਸ਼ਰਾਬਾਂ ਪੀਂਦੇ ਆ, ਜੇ ਨਿਆਣਾ ਘੁੱਟ ਪੀ ਲੈਂਦਾ ਤਾਂ ਕਿਹੜੀ ਆਖਰ ਆ ਗਈ ਹੈ? ਉਹੀ ਰਾਜ ਦਾ ਪਹਾੜ ਬਣਾ ਕੇ ਬਹਿ ਜਾਣਾ। ਸ਼ਾਮ ਕੁਰੇ ਗੱਲ ਨੂੰ ਥੁੱਕਿਆ ਨਾ ਕਰ, ਚਿੱਠਿਆ ਕਰ। ਮੇਰਾ ਮੁੰਡਾ ਇਹ ਕੁਝ ਕਰਦਾ ਚੰਗਾ ਨਹੀਂ ਲੱਗਦਾ। ਮੈਂ 20 ਸਾਲ ਸਰਪੰਚੀ ਕੀਤੀ ਆ ਤੇ ਸਾਰੀ ਉਮਰ ਇਹਨਾਂ ਨਾਮੁਰਾਦ ਨਸ਼ਿਆਂ ਦੇ ਖਿਲਾਫ ਮੈਂ ਪ੍ਰਚਾਰ ਕਰਦਾ ਰਿਹਾ। ਇਲਾਕੇ 'ਚ ਨਾਂ ਆ ਮੇਰਾ। ਨਾ ਹੀ ਹੈ ਨਾ, ਨਾਵਾਂ ਤਾਂ ਪੱਲੇ ਹੈ ਕੋਈ ਨਹੀਂ। ਲੋਕ ਸਰਪੰਚੀ ਕਰਦੇ ਤੇ ਦਿਨਾਂ 'ਚ ਮਹਿਲ ਖੜੇ ਕਰ ਦਿੰਦੇ ਆ। ਤੂੰ 20 ਸਾਲ ਸਰਪੰਚੀ ਕੀਤੀ ਆ, ਘਰ 'ਚ ਐਕਟ ਨਹੀਂ ਲਵਾ ਸਕਿਆ। ਤੇਰੀ ਇਸੇ ਸ਼ਹਿ ਨੇ ਉਹਦਾ ਬੇੜਾ ਗਰਕ ਕੀਤਾ ਹੀ। ਪਹਿਲਾਂ ਦਾੜੀ ਕੱਟਣ ਲੱਗ ਪਿਆ, ਹੁਣ ਕੇਸ ਕਤਲ ਕਰ ਦਿੱਤੇ, ਆ ਹੁਣ ਸ਼ਰਾਬ ਵੀ ਪੀਣ ਲੱਗ ਪਿਆ ਈ। ਹੋ ਗਿਆ ਜੱਗ ਜ਼ਾਰ। ਤੇਰੀ ਇਹ ਮਜਾਲ ਓਏ। ਉਹ ਮੇਰੇ ਘਰ ਦੇ ਵਿੱਚ ਸ਼ਰਾਬ ਪੀ ਕੇ ਬੱਚਾ ਕਹਿੰਦੇ ਮਾਰ ਕੇ ਨਾ ਅਗਲਾ ਕਈਆਂ ਹੱਡੀਆਂ ਤੋੜ ਦੇਣੀਆਂ ਨੇ। ਰਾਜਾ ਤੈਨੂੰ ਬੰਦੇ ਦਾ ਪੁੱਤ ਬਣਾ ਮਾਰ ਮੇਰੇ। ਮੈਂ ਤੈਨੂੰ ਛੱਡਣਾ ਹੀ ਨਹੀਂ। ਤੇਰਾ ਵਿਗੜਿਆ ਏ। ਸਾਰੇ ਘਰ ਦਾ ਮਾਹੌਲ ਤੂੰ ਖਰਾਬ ਕੀਤਾ ਨਾਲ ਰਲ ਕੇ। ਆਪ ਹਾਨੀ ਪੁੱਤ ਤੇ ਹੱਥ ਚੁੱਕੇਗਾ। ਇਹਦੇ ਮੈਂ ਜੁੱਤੀਆਂ ਮਾਰ ਮਾਰ ਇਹਨੂੰ ਆ ਬੰਦੇ ਦਾ ਪੁੱਤ ਬਣਾਉਣਾ ਹੁਣ ਮੈਨੂੰ। ਸਾਰੇ ਪਿੰਡ ਦੇ ਵਿੱਚ ਬੜੀ ਮੇਰੀ ਮਿੱਟੀ ਕਰਕੇ ਰੱਖਤੀ ਇਹਨੇ। ਜਾ ਕੁੜੀਏ ਲੈ ਜਾ ਨੂੰ ਅੰਦਰ। ਮੈਂ ਬਣਾਉਣਾ ਅੱਜ ਬੰਦਾ। ਇਹ ਗੰਦ ਪਾਇਆ ਕਈ ਦਿਨ ਹੋ ਗਏ। ਲੈ ਜਾ ਕੁੜੀਏ ਨੂੰ ਅੰਦਰ। ਮਾਰ ਬੁੜਿਆ, ਮਾਰ ਮੇਰੇ ਡਾਂਗ। ਦੱਸਾਂ ਤੈਨੂੰ ਡਾਂਗ ਮਾਰਨ ਦਾ ਸਵਾਦ। ਉਹ ਸ਼ਰਮ ਕਰ ਸ਼ਰਮ। ਉਹਨੂੰ ਤਾਂ ਹੋਸ਼ ਨਹੀਂ, ਤੂੰ ਹੀ ਸ਼ਰਮ ਕਰ ਲੈ। ਤੂੰ ਇਹਦਾ ਵੀ ਬੇੜਾ ਗਰਕ ਕਰ ਦਿੱਤਾ ਤੇ ਮੇਰੇ ਵੀ ਧੌੜੇ ਰੋਲ ਦਿੱਤੇ ਨੇ। ਮੈਂ ਪਰੇ 'ਚ ਕਿਹੜਾ ਮੂੰਹ ਲੈ ਕੇ ਬੈਠਣਾ? ਨਾ ਤੇਥੋਂ ਬਿਨਾ ਪਰੇ ਨਹੀਂ ਲੱਗਦੀ, ਨਾ ਬੈਠੀ ਪਰੇ 'ਚ। ਤੁਸਾਂ ਮਾਂ ਪੁੱਤਾਂ ਨੇ ਕੱਖ ਨਹੀਂ ਛੱਡਿਆ ਮੇਰੇ ਪੱਲੇ। ਨਾ ਤੇਰੇ ਪੱਲੇ ਹੈ ਕੀ? ਤੇਰੇ ਪੱਲੇ ਤਾਂ ਅਕਲ ਵੀ ਨਹੀਂ। ਅਖੇ ਮੈਂ 20 ਸਾਲ ਸਰਪੰਚੀ ਕੀਤੀ ਆ, ਜੇ ਨਿਆਣਾ ਘੁੱਟ ਪੀ ਆਇਆ ਤਾਂ ਏਡੀ ਕਿਹੜੀ ਆਖਰ ਆ ਗਈ ਹੈ? ਡਾਂਗ ਚੁੱਕ ਲਿਆ ਉਹਦੇ ਤੇ। ਡਾਂਗ ਮਾਰ ਕੇ ਤਾਂ ਵੇਖੇ ਮੈਨੂੰ। ਮੈਂ ਹੁਣੇ ਗੱਲ ਕਰਨੀ ਹੈ। ਕੀ ਗੱਲ ਕਰਨੀ ਹੈ ਤੁਸੀਂ? ਇੱਕ ਤਾਂ ਤੁਸੀਂ ਸ਼ਰਾਬ ਪੀ ਕੇ ਆਏ ਹੋ, ਉਤੋਂ ਗਲੀਆਂ 'ਚ ਖਰੂਦ ਕਰਦੇ ਪਏ ਹੋ। ਬਾਪੂ ਜੀ ਦਾ ਸਤਿਕਾਰ ਕਰਨ ਦੀ ਬਜਾਏ ਤੁਸੀਂ ਉਹਨਾਂ ਨਾਲ ਬਦਸਲੂਕੀ ਕਰਦੇ ਪਏ ਹੋ। ਤੂੰ ਕਹਿਣਾ ਕੀ ਚਾਹੁੰਦੀ ਹੈ? ਹੋਸ਼ ਨੂੰ ਹੱਥ ਮਾਰੋ। ਪਿੰਡ ਦੇ ਲੋਕ ਉਹਨਾਂ ਨੂੰ ਬਾਪੂ ਜੀ ਕਹਿੰਦੇ ਨਹੀਂ ਥੱਕਦੇ, ਤੇ ਤੁਸੀਂ ਮੈਂ ਉਹਨੂੰ ਕੀ ਗੋਲੀ ਮਾਰਤੀ ਆ? ਪੁੱਤਰ ਪਿਓ ਲਈ ਇਹੋ ਜਿਹੀ ਸ਼ਬਦਾਵਲੀ ਵਰਤੇ, ਇਹ ਨੇਕ ਔਲਾਦ ਦੀ ਨਿਸ਼ਾਨੀ ਨਹੀਂ। ਬਹੁਤ ਬਕਵਾਸ ਕੀਤੀ ਨਾ ਤਾਂ ਜੁੱਤੀ ਵੇਖ ਲਾ। ਸਿਰ ਮਾਰ ਕੇ ਸਿਰ ਪੁੱਠੇ ਬਾਟੀ ਵਰਗਾ ਕਰ ਦੂੰ। ਬਸ ਆਹੀ ਕੋਜਾ ਤੁਹਾਡੇ ਪੱਲੇ। ਤੇਰੇ ਪੱਲੇ ਕੀ ਆ? ਮੁੰਡਾ ਤਾਂ ਇੱਕ ਜੰਮ ਨਹੀਂ ਸਕੀ। ਮੇਰੀ ਗੱਲ ਇੱਕ ਕੰਨ ਖੋਲ ਕੇ ਸੁਣ ਲਾ। ਜੇ ਕਿਵੇਂ ਕੁੜੀ ਜੰਮੀ ਨਾ ਤਾਂ ਗੁੱਟੋ ਫੜ ਕੇ ਬਾਹਰ ਕੱਢ ਦੇਣਾ। ਉਹ ਕੁੜੀਆਂ ਤਾਂ ਸਿਰ ਨਵਾ ਦਿੰਦੀਆਂ, ਕਹਿੰਦੇ ਕਹਾਉਂਦੇ ਦਾ। ਮੈਨੂੰ ਪੁੱਤ ਚਾਹੀਦਾ, ਪੁੱਤ ਜਿਹੜਾ ਮੇਰਾ ਮਾਣ ਵਧਾਵੇ।
ਜਿੰਨਾ ਕੁ ਮਾਣ ਤੁਸੀਂ ਬਾਪੂ ਜੀ ਦਾ ਵਧਾ ਰਹੇ ਹੋ, ਕੀ ਬਕਵਾਸ ਕੀਤੀ ਹੂੰ? ਇਹ ਤੁਹਾਡਾ ਭੁਲੇਖਾ ਹੈ। ਕੁੜੀਆਂ ਮਾਪਿਓ ਦਾ ਮਾਣ ਮੁੰਡਿਆਂ ਤੋਂ ਕਿਤੇ ਜ਼ਿਆਦਾ ਵਧਾਉਂਦੀਆਂ ਨੇ। ਮਤਲਬ ਤੇਰਾ ਇਰਾਦਾ ਫੇਰ ਕੁੜੀ ਜੰਮਣ ਦਾ? ਇਹ ਕਿਸੇ ਦੇ ਵੱਸ 'ਚ ਨਹੀਂ ਹੁੰਦਾ, ਇਹ ਤਾਂ ਉਸ ਮਾਲਕ ਦੇ ਹੱਥ ਹੈ। ਪਰ ਘਰ ਰੱਖਣਾ ਜਾਂ ਨਾ ਰੱਖਣਾ ਇਹ ਖਸਮ ਦੇ ਹੱਥ 'ਚ ਹੁੰਦਾ। ਤੇ ਕੀ ਵੀ ਕੁੜੀ ਜੰਮੀ ਨਾ ਤਾਂ ਸਮਝ ਲਾ, ਸਮਝ ਲਾ। ਕਰਨੈਲ ਉੱਠ ਪੁੱਤ, ਆ ਕੇ ਚਾਹ ਪੀ ਲਾ। ਪ੍ਰੀਤੋ ਕਿੱਥੇ ਗਈ ਆ? ਭਗਤ ਨਹੀਂ ਗੁਰਦੁਆਰੇ ਗਈ ਆ। ਤੇ ਬੁੜਾ? ਬੁੜਾ ਖੇਤਾਂ ਨੂੰ ਤੋਰਿਆ ਮਸਾਂ, ਰਾਤ ਦਾ ਵਿਟਰਿਆ ਬੈਠਾ ਸੀ। ਐਵੇਂ ਭੁੜਕ ਡੰਡਿਓਂ ਪਾਰ ਹੁੰਦਾ। ਕਰਨੈਲ, ਆਪਾਂ ਪ੍ਰੀਤੋ ਦਾ ਟੈਸਟ ਨਾ ਕਰਵਾ ਲਈਏ? ਜੇ ਕੁੜੀ ਹੋਈ ਤਾਂ ਹੁਣੇ ਜੱਬ ਮਕਾ ਦਿਆਂਗੇ, ਜੇ ਮੁੰਡਾ ਹੋਇਆ ਤਾਂ ਬੱਲੇ ਬੱਲੇ ਮੇਰੇ ਪੁੱਤ ਦੀ ਜੜ ਲੱਗ ਜੂ। ਗੱਲ ਤਾਂ ਤੇਰੀ ਠੀਕ ਆ ਬੀਬੀ, ਅੱਗੇ ਵੀ ਤਾਂ 2 ਕੁੜੀਆਂ ਹੀ ਜੰਮੀਆਂ ਇਹਨੇ। ਬੇ ਪੁੱਤ, ਉਹ ਤਾਂ ਤੇਰੀ ਚੰਗੀ ਕਿਸਮਤ, ਜੰਮਦੀਆਂ ਹੀ ਮਰ ਗਈਆਂ। ਮਰ ਗਈਆਂ ਕਿ ਮਾਰ ਦਿੱਤੀਆਂ? ਵੇ ਤੂੰ ਕੀ ਲੈਣਾ ਇਸ ਗੱਲ ਤੋਂ? ਤੂੰ ਸ਼ੁਕਰ ਕਰ ਤੇਰੇ ਗਲ ਫਾਹਾ ਨਹੀਂ ਪਿਆ। ਤੂੰ ਅੱਜ ਹੀ ਲੈ ਜਾ ਇਹਨੂੰ ਡਾਕਟਰ ਕੋਲ। ਹੁਣ ਹਸਪਤਾਲਾਂ ਵਾਲੇ ਆ ਟੈਸਟ ਨਹੀਂ ਕਰਦੇ ਬੀਬੀ। ਹਸਪਤਾਲਾਂ ਦੇ ਬਾਹਰ ਏਡੇ ਏਡੇ ਬੋਰਡ ਲਾਏ ਆ ਕਿ ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ। ਬੇ ਪੁੱਤ, ਉਹ ਬੋਰਡ ਤਾਂ ਸਿਰਫ ਲੋਕ ਵਿਖਾਵਾ ਹੀ ਆ, ਅੰਦਰ ਖਾਤੇ ਸਭ ਕੁਝ ਹੁੰਦਾ, ਬਸ ਪੈਸਾ ਚਾਹੀਦਾ। ਮੈਂ ਕੰਸੋਦਾਈ ਨਾਲ ਕਰਦੀ ਆ ਗੱਲ, ਉਹ ਕਰਵਾਉਂਦੀ ਰਹਿੰਦੀ ਆ ਇਹੋ ਜਿਹੇ ਟੈਸਟ। ਉਹਦੇ ਹੱਥ ਰਲਿਆ ਕਿਸੇ ਹਸਪਤਾਲ ਦੀ ਡਾਕਟਰ ਨਾਲ। ਚੱਲ ਠੀਕ ਆ ਬੀਬੀ, ਤੂੰ ਗੱਲ ਕਰ ਸੋਦਾਈ ਨਾਲ, ਅੱਜ ਹੀ ਚੱਲਦੇ ਆ। ਆਪਾਂ ਇੱਥੇ ਕਾਹਦਾ ਟੈਸਟ ਕਰਾਉਣਾ ਹੈ? ਡਾਕਟਰ ਕਹਿੰਦਾ ਵੀ ਇਹ ਟੈਸਟ ਕਰਾਉਂਦੇ ਰਹਿਣਾ ਚਾਹੀਦਾ, ਬੱਚੇ ਦੀ ਤੰਦਰੁਸਤੀ ਦਾ, ਬੱਚੇ ਦੀ ਸਿਹਤ ਦਾ ਪਤਾ ਲੱਗਦਾ ਰਹਿੰਦਾ। ਕਿਤੇ ਕੋਈ ਦੂਸਰਾ ਟੈਸਟ ਤੇ ਨਹੀਂ? ਨਹੀਂ, ਤੈਨੂੰ ਮੇਰੇ ਤੇ ਯਕੀਨ ਨਹੀਂ? ਰਾਤੀ ਤੁਸੀਂ ਕਹਿੰਦੇ ਸੀ ਨਾ, ਉਹ ਤਾਂ ਰਾਤੀ ਜ਼ਿਆਦੀ ਹੋ ਗਈ ਸੀ, ਪਤਾ ਨਹੀਂ ਕੀ ਉਲਝਲੂਲ ਬਕਦਾ ਰਿਹਾ। ਤੁਸੀਂ ਸ਼ਰਾਬ ਪੀਣੀ ਛੱਡ ਕਿਉਂ ਨਹੀਂ ਦਿੰਦੇ? ਬਾਪੂ ਜੀ ਨੂੰ ਬਹੁਤ ਦੁੱਖ ਹੁੰਦਾ। ਤੈਨੂੰ ਦੁੱਖ ਨਹੀਂ ਹੁੰਦਾ? ਮੇਰੇ ਦੁੱਖ ਦੀ ਪਰਵਾਹ ਹੈ ਤੁਹਾਨੂੰ? ਹਰਪ੍ਰੀਤ, ਮੈਂ ਫੈਸਲਾ ਕਰ ਲਿਆ। ਸ਼ਰਾਬ ਛੱਡਣ ਦਾ? ਨਹੀਂ, ਥੋੜੀ ਪੀਆ ਕਰਨੀ ਆ। ਓਹੋ, ਤੁਹਾਡੀ ਤੇ ਉਹ ਗੱਲ ਹੋਈ, ਪੰਚਾਂ ਦਾ ਕਿਆ ਸਿਰ ਮੱਥੇ, ਪਰ ਨਾਲਾ ਉੱਥੇ ਦਾ ਉੱਥੇ। ਬੀਬੀ, ਕੀ ਰਿਪੋਰਟ ਲਿਆਈ ਆ ਕੰਸੋ? ਉੱਤੇ ਨਹੀਂ ਘਰ ਰੱਖਣ ਵਾਲੀ, ਇਹ ਤਾਂ ਲੈਣਾ ਲਾ ਦੂ ਘਰ ਚ ਕੁੜੀਆਂ ਦੀਆਂ। ਮਤਲਬ ਫੇਰ ਕੁੜੀ? ਕੁੜੀ ਨਹੀਂ, ਕੁੜੀਆਂ 2 ਆ, ਜੋੜੀਆਂ। 2 ਜੋੜੀਆਂ? ਅੱਜ ਕੱਲ ਇੱਕ ਕੁੜੀ ਵਿਆਹਣੀ ਮਾਨਨੀ, ਲੋਕਾਂ ਏਡੇ ਏਡੇ ਮੂੰਹ ਵੱਡੇ ਆ। ਘਰ ਦੀ ਜੋ ਛੱਲੀ ਪੂਣੀ ਹੁੰਦੀ ਆ ਵਿਆਹ ਤੇ ਵਿਕ ਜਾਂਦੀ ਆ। ਮੈਂ ਨਹੀਂ ਜੰਮਣ ਦੇਣੀਆਂ। ਪੁੱਤ, ਆ ਲੋ ਮਾਂ ਜੀ ਪ੍ਰਸ਼ਾਦ, ਆ ਲੋ ਤੁਸੀਂ ਵੀ। ਗਾ ਸੁਣ, ਰਿਪੋਰਟ 'ਚ 2 ਕੁੜੀਆਂ ਆਈਆਂ ਜੋੜੀਆਂ, ਮੈਨੂੰ ਨਹੀਂ ਇਹ ਚਾਹੀਦੀਆਂ। ਮੇਰੇ ਨਾਲ ਧੋਖਾ? ਤੇ ਤੁਸੀਂ ਉਸ ਦਿਨ ਇਹ ਟੈਸਟ ਕਰਵਾਇਆ ਸੀ? ਹਾਂ, ਇਹੀ ਟੈਸਟ ਸੀ। ਮੈਨੂੰ ਤੇਰੀ ਔਕਾਤ ਦਾ ਪਤਾ ਸੀ।
ਦਰਸ਼ਨ ਕਰਵਾ ਕੇ ਇਹਨਾਂ ਦੀ ਕਹਾਣੀ ਇੱਥੇ ਹੀ ਖਤਮ ਕਰ ਦੇ। ਇਹ ਗੱਲ ਅੱਜ ਮੈਨੂੰ ਆਖ ਦਿੱਤੀ ਜੇ, ਦੁਬਾਰਾ ਨਾ ਆਖਿਓ। ਮੇਰੇ ਲਈ ਪੁੱਤ ਹੋਣ ਜਾਂ ਧੀਆਂ ਇੱਕ ਬਰਾਬਰ ਨੇ। ਤਾਂ ਹੀ ਤੂੰ ਕੁੜੀਆਂ ਜੰਮਣ ਤੇ ਲੱਕ ਬੱਧਾ ਏ। ਵੇਖੋ ਮਾਂ ਜੀ, ਇਹ ਮੇਰੇ ਵਾਸ ਚ ਨਹੀਂ ਹੈ, ਇਹ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੈ ਤੇ ਮੇਰੇ ਸਿਰ ਮੱਥੇ ਹੈ। ਉਹ ਤੇਰੇ ਸਿਰ ਮੱਥੇ ਹੋਊ, ਉਹ ਮੇਰੇ ਤਾਂ ਮੱਥਿਓਂ ਦੁਖਦੀਆਂ ਨੇ। ਸਾਨੂੰ ਨਹੀਂ ਇਹ ਚਾਹੀਦੀਆਂ, ਅਸੀਂ ਤਾਂ ਦਰਸ਼ਨ ਕਰਾਉਣਾ ਹੀ ਕਰਾਉਣਾ। ਤੇ ਮੈਂ ਇਹ ਕਿਸੇ ਕੀਮਤ ਤੇ ਹੋਣ ਨਹੀਂ ਦੇਣਾ। ਮਾਂ ਜੀ, ਇੱਕ ਔਰਤ ਹੋ ਕੇ ਔਰਤ ਜ਼ਾਤ ਨਾਲ ਦੁਸ਼ਮਣੀ ਕਮਾਉਂਦੇ ਹੋ। ਬਹੁਤਾ ਲੈਕਚਰ ਦੇਣ ਦੀ ਲੋੜ ਨਹੀਂ, ਜੋ ਅਸੀਂ ਕਹਿ ਰਹੇ ਹਾਂ ਉਹ ਕਰ। ਮੈਂ ਇਹਦਾ ਜਵਾਬ ਦੇ ਚੁੱਕੀ ਹਾਂ, ਮੈਂ ਕਿਸੇ ਕੀਮਤ ਤੇ ਨਹੀਂ ਹੋਣ ਦਿਆਂਗੀ। जित जम्मै राजा सो क्यों मंदाया किए जित जम्मै राजा सो क्यों मंदाया किए जित जम्मै राजा 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 सो क्यों मंदा आखिए जित जम्मै राजा सो क्यों मंदा आखिए जित जम्मै राजा सो क्यों मंदा आखिए जित जम्मै राजा पढ़ जमिए पढ़ निमिए पंड मंगण भी आहो पंडो होवे दोस्ती पंडो चले रा पंड मुआ पंड वाली है पंड होवे बंदा
क्यों मंदा आखिए जित जम्मै राजा सो क्यों मंदा आखिए जित जम्मै राजा सो क्यों मंदा आखिए जित जम्मै राजा सच्चे दरबार नानक ते मुख उजले तिस सच्चे दरबार सो क्यों मंदा आखिए जित जम्मै राजा सो क्यों मंदा आखिए जित जम्मै राजा जित जम्मै राजा जित जम्मै जम्मै राजा सो क्यों मंदा आखिए जित जम्मै राजा सो क्यों मंदा आखिए जित जम्मै राजा जित जम्मै राजा जित जम्मै राजा जित जम्मै तू दर्शन करवाना कि नहीं करवाना? नहीं, बिल्कुल भी नहीं। नहीं करवाना। बस तेरा तो मैं टेंटा हुणे ही खत्म कर देना। नहीं बच गए। तो कितने जाएंगी बच्चे? जीना हराम कितना होया? बचाओ मैनू बापू जी बचाओ। छड़ना नहीं आजा। तेरा मारे ने बंदा पाना तेरा पेड़ा ताजा क्यों मारने क्यों मारना बंदा मार दे बंदा आरे बंदा बापू जी बचा लो मैनू बापू जी। ओ जालमो ओ ना मारो कुड़ी नू ओ इने की बिगाड़िया ਤੁਹਾਡਾ छोड़ना है तेरा बापू नहीं करदे तेनू ਜਾਵੇ ਕਿ ਲਿਆ ਪੈਟਰੋਲ ਜਿਹੜਾ ਲਿਆ ਕੇ ਰੱਖਿਆ ਉਹਨੇ ਲੈ ਕੇ ਆਉਣਾ ਵੱਡੀਏ ਸਿਆਪਾ ਇਹਦਾ। ਓ ਜਾਲਮੋ ਓਏ ਜ਼ੁਲਮ ਨਾ ਕਰਿਓ ਓਏ ਨਹੀਂ ਬਖਸ਼ੇ ਜਾਓਗੇ ਓਏ ਤੁਹਾਡਾ ਬੇੜਾ ਤਰਜੇ ਨਾ ਮਾਰੋ ਕੁੜੀ ਨੂੰ। ਆ ਜਾ ਕਰ ਛੇਤੀ ਆ ਜਾ ਵੇਂਦਾ ਕੀਆਂ ਲਾ ਦੇ ਤੀਲੀ ਵੇਖੀ ਜਾਊ ਨਾ ਵੇਖੀ ਲੈਣਾ ਲਾ ਹੁਣ ਤਿੱਲੀ ਲਾ ਨਾ ਕਹਿ ਲੈਣਾ ਹਲੇ ਨਾ ਲਈ ਨਾ
ਜੇ ਟੱਕਰ ਗਈ ਨਾ ਟੱਕਰੇ ਕਰ ਦੇਣੇ ਆ। ਵੇਖੀ ਜਾਊ ਜੋ ਹੋਊ। ਇਹਦਾ ਕਿਹੜਾ ਕੋਈ ਹੈਗਾ ਜਾਣਦਿਆਂ ਦਾ ਜਿਹੜਾ ਕੇਸ ਦੀ ਪੈਰਵਾਈ ਕਰੂ। ਚਲਾ ਪੁੱਤ ਤੂੰ ਇਸ ਵੇਲੇ ਗੁਰੂ ਘਰ ਹੈ। ਗੁਰੂ ਮਹਾਰਾਜ ਤੇਰਾ ਦੁੱਖ ਦੂਰ ਕਰਨਗੇ। ਤੂੰ ਆਪਣਾ ਦੁੱਖ ਦੱਸ। ਬਾਕੀ ਪੁੱਤਰ ਜੇ ਤੂੰ ਆਪਣੇ ਪਤੀ ਦੇ ਘਰ ਹੀ ਰਹਿਣਾ ਚਾਹੁੰਦੇ ਆ ਨਾ ਤਾਂ ਮੈਂ ਤੇਰੇ ਪਿਓ ਦੇ ਨਾਤੇ ਪੰਚਾਇਤ ਲੈ ਕੇ ਚੱਲਦਾ ਤੇਰੇ ਨਾਲ। ਨਹੀਂ ਬਾਪੂ ਜੀ, ਮੈਂ ਹੁਣ ਉਸ ਘਰ 'ਚ ਨਹੀਂ ਜਾਣਾ। ਉੱਥੇ ਨਾ ਤਾਂ ਮੈਂ ਸੁਰੱਖਿਅਤ ਹਾਂ ਤੇ ਨਾ ਹੀ ਮੇਰੀਆਂ ਬੱਚੀਆਂ। ਹੁਣ ਬੱਚੀਆਂ ਹੀ ਮੇਰੀ ਜ਼ਿੰਦਗੀ ਦਾ ਮਕਸਦ ਨੇ। ਠੀਕ ਹੈ ਪੁੱਤਰ, ਤੂੰ ਨਿਸ਼ਚਿੰਤ ਹੋ ਜਾ। ਆਪਾਂ ਦੱਸਾਂਗੇ ਦੁਨੀਆ ਨੂੰ ਕਿ ਜੇਕਰ ਧੀਆਂ ਦੀ ਪਰਵਰਿਸ਼ ਪੁੱਤਰਾਂ ਵਾਂਗ ਕੀਤੀ ਜਾਵੇ ਤਾਂ ਧੀਆਂ ਪੁੱਤਰਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੁੰਦੀਆਂ ਬਲਕਿ ਵੱਧ ਹੁੰਦੀਆਂ ਨੇ। ਭੈਣ ਜੀ ਸਿਆਣੇ ਠੀਕ ਹੀ ਕਹਿੰਦੇ ਨੇ, ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ। ਨੰਗਾ ਦੀ ਧੀ ਵਿਆਹ ਕੇ ਮੈਂ ਤਾਂ ਆਪ ਨੰਗ ਹੋ ਗਈਆਂ, ਕੱਖ ਨਹੀਂ ਪੱਲੇ ਰਿਹਾ ਮੇਰੇ। ਹੌਸਲਾ ਰੱਖ ਸ਼ਾਮੋ, ਹੌਸਲਾ ਰੱਖ। ਖਾਨਦਾਨ ਤਾਂ ਖਾਨਦਾਨ ਹੀ ਹੁੰਦੇ ਭੈਣ ਜੀ, 100 ਲੱਜ ਸ਼ਰਮ ਹੁੰਦੀ ਆ ਜਾਣਦਿਆਂ ਦੀ। ਭਾਰੇ ਖੱਖੇ ਭੁੱਖੇ ਦੀ ਧੀ ਰੱਜੀ ਖੇਡ ਆਉਣ ਲੱਗੀ। ਮੈਂ ਐਡੇ ਨਾਟੂ ਖਾਣਾ ਦਿੱਤੀ ਕਿਸੇ ਨੂੰ ਮੂੰਹ ਖੋਣ ਜੋਗੀ ਨਹੀਂ ਰਹੀ।
ਸ਼ਾਮੋ ਤੈਨੂੰ ਪਤਾ ਹੀ ਨਹੀਂ ਲੱਗਾ ਜਦੋਂ ਗਈ ਆ। ਭੈਣੇ ਮੇਰਾ ਮੁੰਡਾ ਤਾਂ ਬਾਲਾ ਭੋਲਾ, ਮੈਨੂੰ ਸ਼ੱਕ ਸੀ। ਮੈਂ ਉਹਨੂੰ ਕਿਹਾ ਵੀ ਇਹਨੇ ਨਹੀਂ ਵਸਣਾ, ਪਰ ਮੰਨਿਆ ਹੀ ਨਹੀਂ। ਇਹਨੇ ਛਾਲੇ ਤਾਲੇ ਕਰਕੇ ਹੱਥੀਂ ਜੋ ਚੜਾਇਆ ਸੀ ਮੁੰਡੇ ਨੂੰ। ਸ਼ਾਮੋ ਜੇ ਤੈਨੂੰ ਸ਼ੱਕ ਸੀ ਤੇ ਤੂੰ ਉਹਦੇ ਤੇ ਨਜ਼ਰ ਰੱਖਦੀ। ਸ਼ੱਕ ਨਹੀਂ, ਮੈਨੂੰ ਤਾਂ ਯਕੀਨ ਸੀ ਵੀ ਕਿਸੇ ਦਿਨ ਸਾਡੇ ਮੂੰਹ ਤੇ ਕਾਲਖ ਪਹੁੰਚ ਗਈ, ਨਿਕਲ ਗਈ ਕਿਸੇ ਨਾਲ। ਵੇਖ ਸ਼ਾਮੋ, ਜਿੰਨਾ ਚਿਰ ਸਚਾਈ ਦਾ ਪਤਾ ਨਾ ਲੱਗ ਜਾਏ ਗੱਲ ਮੂੰਹੋਂ ਨਹੀਂ ਕੱਢੀ ਦੀ, ਆਪਣੀ ਬੇਇੱਜ਼ਤੀ ਹੁੰਦੀ ਆ। ਨਾਲੇ ਕੱਲ ਰਾਤੀ ਤੁਹਾਡੇ ਘਰ ਰੌਲਾ ਕਾਹਦਾ ਪੈਂਦਾ ਸੀ? ਮੈਨੂੰ ਤਾਂ ਲੱਗਦਾ ਗੁੱਸੇ ਰਾਜੀ ਹੋ ਕੇ ਪੇਕੇ ਚਲ ਗਈ ਹੋਣੀ ਆ। ਜਾਣਾ ਉਹਨੇ ਕਿਹੜੇ ਟੱਠੇ ਖੂਹ ਚ, ਪੇਕਿਆਂ ਚ ਉਹਦਾ ਹੈ ਕੋਈ ਨਹੀਂ। ਇੱਕ ਬੁੱਢੀ ਮਾਂ ਸੀ, ਉਹ ਮਰ ਗਈ। ਭੈਣ ਜੀ ਕਿਸੇ ਰਿਸ਼ਤੇਦਾਰ ਦੇ ਨਾਲ ਚਲੀ ਗਈ ਹੋਵੇ। ਜਿੱਥੇ ਮਰਜ਼ੀ ਜਾਵੇ, ਉਹਨੇ ਇੱਕ ਵਾਰ ਘਰੋਂ ਪੈਰ ਕੱਢ ਲਿਆ ਨਾ, ਹੁਣ ਆ ਵੀ ਗਈ ਤੇ ਮੈਂ ਨਾ ਰੱਖੀ। ਮੈਂ ਪੁੱਤ ਦੁਬਾਰਾ ਵਿਆਹ ਲੂੰ, ਉਹਨੂੰ ਨਾ ਵਸਾਉਂ। ਜਿਨ੍ਹਾਂ ਦੀ ਮੈਂ ਧੀ ਆ ਨਾ, ਉਹਨਾਂ ਦਾ ਕੋਈ ਪਰਛਾਵਾਂ ਨਹੀਂ ਸੀ ਲੰਘ ਸਕਦਾ। ਮੇਰਾ ਨਾਂ ਸ਼ਾਮੋ ਆ, ਸ਼ਾਮੋ। ਮੇਰਾ ਫੈਸਲਾ ਪੱਥਰ ਤੇ ਲਿਖਿਆ। ਠੀਕ ਹੈ ਜੀ, ਹੁਣ ਜੋ ਪੰਚਾਇਤ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੈ। ਫੈਸਲਾ ਉਹ ਹੋਣਾ ਜੋ ਮੈਨੂੰ ਮਨਜ਼ੂਰ ਹੈ। ਤੂੰ ਤਾਂ ਕਿਸੇ ਗੱਲ 'ਚ ਨਹੀਂ ਹੈਗਾ। ਕਿਸੇ ਵੇਲੇ ਤੇ ਜ਼ਬਾਨ ਮੂੰਹ 'ਚ ਪਾ ਲਿਆ ਕਰ, ਸ਼ਾਮ ਕਰੇ। ਆਪਣੀ ਤੇਰੀ ਹੈ ਨਹੀਂ, ਕਿਸੇ ਦੀ ਤੂੰ ਚੱਲਣ ਨਹੀਂ ਦੇਣੀ। ਸਰਪੰਚ ਸਾਹਿਬ, ਤੁਸੀਂ ਵੇਖ ਹੀ ਰਹੇ ਹੋ ਜੋ ਇਹਨਾਂ ਮਾਂ ਪੁੱਤਾਂ ਨੇ ਮੇਰੀ ਧੀ ਨਾਲ ਕੀਤਾ। ਤੂੰ ਕਿਧਰੋਂ ਇਹਦਾ ਨਵਾਂ ਪਿਓ ਜੰਮ ਪਿਆ? ਬੀਬੀ ਥੋੜੀ ਦੇਰ ਲਈ ਚੁੱਪ ਕਰ ਜਾ। ਹਾਂ ਬੀਬਾ, ਤੇਰਾ ਕੀ ਫੈਸਲਾ? ਸਰਪੰਚ ਸਾਹਿਬ, ਜੋ ਮੇਰੇ ਨਾਲ ਹੋਇਆ ਹੈ, ਮੈਂ ਹੁਣ ਉਸ ਘਰ ਨਹੀਂ ਜਾਣਾ। ਤੂੰ ਜਾਣਾ ਵੀ ਚਾਹੇ ਤਾਂ ਅਸੀਂ ਤੈਨੂੰ ਲੈ ਕੇ ਨਹੀਂ ਜਾਣਾ। ਸਾਰੇ ਹਾਲਾਤ ਵੇਖਣ ਤੋਂ ਬਾਅਦ ਪੰਚਾਇਤ ਇਹ ਸਿੱਟੇ ਤੇ ਪਹੁੰਚੀ ਹੈ ਕਿ ਤੁਹਾਡਾ ਹੁਣ ਨਿਭਾ ਨਹੀਂ ਹੋ ਸਕਦਾ। ਇਸ ਕਰਕੇ ਜੋ ਲੈਣ ਦੇਣ ਕਰਨਾ ਕਰ ਲਓ ਤੇ ਲਿਖ ਲਿਖਾ ਕਰ ਲਓ। ਸਰਪੰਚ ਸਾਹਿਬ, ਅਸੀਂ ਕੋਈ ਲੈਣ ਦੇਣ ਨਹੀਂ ਕਰਨਾ, ਤੁਸੀਂ ਲਿਖ ਲਿਖਾ ਕਰਵਾ ਦਿਓ। ਇਹ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ। ਚਲੋ ਮੁਕਾਓ ਗੱਲ, ਕਰੋ ਲਿਖ ਲਿਖਾ। ਸਾਧ ਸੰਗਤ ਜੀਓ, ਸੰਤ ਬਾਬਾ ਸੇਵਾ ਸਿੰਘ ਜੀ ਆਪਣੀ ਪੁਸਤਕ ਸਾਨੂੰ ਨਾ ਮਾਰੋ ਵਿੱਚ ਲਿਖਦੇ ਨੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੰਨ ਸਿੱਖ ਰਾਏ ਬੁਲਾਰ ਆਪਣੀ ਸਾਰੀ ਜ਼ਿੰਦਗੀ ਵਿੱਚ ਸਿਰਫ 2 ਵਾਰ ਰੋਏ ਨੇ। ਪਹਿਲੀ ਵਾਰ ਜਦ ਗੁਰੂ ਨਾਨਕ ਦੇਵ ਜੀ ਨੇ ਰਾਏ ਭੋਏ ਦੀ ਤਲਵੰਡੀ ਨੂੰ ਛੱਡ ਕੇ ਸੁਲਤਾਨਪੁਰ ਲੋਧੀ ਵੱਲ ਚਾਲੇ ਪਾਏ, ਤੇ ਦੂਜੀ ਵਾਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਕੁੜਮਾਈ ਮਾਤਾ ਸੁਲੱਖਣੀ ਨਾਲ ਹੋਈ। ਦੱਸਦੇ ਨੇ ਕਿ ਰਾਏ ਬੁਲਾਰ ਜਦ ਰੋ ਰਹੇ ਸਨ ਤਾਂ ਕੁੜਮਾਈ ਦੀ ਖਬਰ ਦੇਣ ਵਾਲੇ ਨੇ ਪੁੱਛ ਹੀ ਲਿਆ ਕਿ ਰਾਏ ਸਾਹਿਬ, ਤੁਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਅਨੰਨ ਸਿੱਖ ਹੋ, ਤੁਹਾਨੂੰ ਤਾਂ ਉਹਨਾਂ ਦੀ ਕੁੜਮਾਈ ਦੀ ਖਬਰ ਸੁਣ ਕੇ ਖੁਸ਼ ਹੋਣਾ ਚਾਹੀਦਾ ਸੀ, ਤੁਸੀਂ ਰੋ ਰਹੇ ਹੋ। ਤਾਂ ਰਾਏ ਬੁਲਾਰ ਨੇ ਫਰਮਾਇਆ, ਗੁਰੂ ਨਾਨਕ ਪਾਤਸ਼ਾਹ ਦੀ ਕੁੜਮਾਈ ਹੋਈ ਏ, ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਏ, ਪਰ ਮੈਂ ਰੋ ਇਸ ਕਰਕੇ ਰਿਹਾ ਕਿ ਮਾਲਿਕ ਨੇ ਮੈਨੂੰ ਸਿਰਫ ਪੁੱਤਰ ਦਿੱਤੇ ਨੇ, ਇੱਕ ਧੀ ਦੀ ਦਾਤ ਨਹੀਂ ਬਖਸ਼ੀ। ਜੇ ਮੇਰੇ ਘਰ ਧੀ ਹੁੰਦੀ ਤਾਂ ਮੈਂ ਉਹਦੀ ਕੁੜਮਾਈ ਗੁਰੂ ਨਾਨਕ ਪਾਤਸ਼ਾਹ ਨਾਲ ਕਰ ਦਿੰਦਾ। ਗੁਰੂ ਨਾਨਕ ਪਾਤਸ਼ਾਹ ਨਾਲ ਜਿੱਥੇ ਮੇਰਾ ਆਤਮਿਕ ਰਿਸ਼ਤਾ ਹੈ, ਉੱਥੇ ਮੇਰਾ ਉਹਨਾਂ ਨਾਲ ਦੁਨਿਆਵੀ ਰਿਸ਼ਤਾ ਵੀ ਬਣ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ ਜੀ, ਅੱਜ ਆਪਾਂ ਇਸ ਅਖੌਤੀ ਲਿੰਬਾ ਪੋਚੀ ਦੀ ਜ਼ਿੰਦਗੀ ਮਗਰ ਦੌੜਦੇ ਹੋਏ ਆਪਣੀਆਂ ਬੱਚੀਆਂ ਨੂੰ ਕੁੱਖਾਂ 'ਚ ਮਾਰੀ ਜਾ ਰਹੇ ਹਾਂ। ਔਰਤ ਵੱਲੋਂ ਸਮਾਜ ਵਿੱਚ ਪਾਏ ਜਾਣ ਵਾਲੇ ਯੋਗਦਾਨ ਨੂੰ ਭੁੱਲਦੇ ਜਾ ਰਹੇ ਹਾਂ। ਜ਼ਰਾ ਸੋਚੋ, ਔਰਤ ਨਾ ਹੁੰਦੀ ਤਾਂ ਧੀ ਨਾ ਹੁੰਦੀ, ਔਰਤ ਨਾ ਹੁੰਦੀ ਤਾਂ ਭੈਣ ਨਾ ਹੁੰਦੀ, ਔਰਤ ਨਾ ਹੁੰਦੀ ਤੇ ਪਤਨੀ ਨਾ ਹੁੰਦੀ, ਔਰਤ ਨਾ ਹੁੰਦੀ ਤੇ ਮਾਂ ਨਾ ਹੁੰਦੀ।
ਔਰਤ ਹੀ ਸਾਰੀ ਸ੍ਰਿਸ਼ਟੀ ਨੂੰ ਤੋੜਨ ਵਾਲੀ ਹੈ। ਆਪਾਂ ਸ੍ਰਿਸ਼ਟੀ ਦੀ ਰਚਨਹਾਰੇ ਨੂੰ ਖਤਮ ਕਰਨ ਵੱਲ ਤੁਰ ਪਏ। ਨਾ ਸਾਧ ਸੰਗਤ ਜੀ ਨਾ, ਇਹ ਬਜਰ ਪਾਪ ਕਰਕੇ ਅਸੀਂ ਉਸ ਮਾਲਕ ਦੀ ਕਚਹਿਰੀ ਵਿੱਚ ਬਖਸ਼ੇ ਨਹੀਂ ਜਾਵਾਂਗੇ, ਨਹੀਂ ਬਖਸ਼ੇ ਜਾਵਾਂਗੇ। ਕਰਨੈਲ ਪੁੱਤ, ਹਾਂ ਬੀਬੀ। ਜੇ ਕੁੜੀ ਪਸੰਦ ਆ ਲੈ ਲਈਏ ਰਿਸ਼ਤਾ। ਠੀਕ ਆ ਬੀਬੀ, ਕਰ ਦਿਓ ਹਾਂ। ਸ਼ਾਮ ਗਰੇ ਇੱਕ ਦੋ ਕੁੜੀਆਂ ਹੋਰ ਵੀ ਤੱਕ ਚ ਰੱਖ ਲਈਆਂ ਚਲੀ। ਜੇ ਇਹਦੇ ਚੋਂ ਵੀ ਮੁੰਡਾ ਨਾ ਹੋਇਆ, ਇਹਨੂੰ ਛੱਡ ਕੇ ਫਿਰ ਹੋਰ ਵਿਆਹ ਵੀ ਤੇ ਕਰਨਾ ਪੈਣਾ ਨਾ। ਕਾਲੀ ਜ਼ੁਬਾਨ ਵਾਲਿਆ, ਚੁੱਪ ਕਰਕੇ ਬੈਠਾ ਰਹਿ, ਜਿਹੇ ਜਿਹਾ ਹੈਗਾ। ਓਏ ਨਾ ਸ਼ੁਕਰਿਓ, ਓ ਸ਼ੁਕਰ ਕਰੋ ਓਏ ਉਸ ਕੁੜੀ ਦਾ ਜਿਹੜੀ ਹਿੰਮਤ ਕਰਕੇ ਆਪ ਵੀ ਬਚ ਗਈ ਤੇ ਤੁਹਾਨੂੰ ਵੀ ਬਚਾ ਲਿਆ, ਨਹੀਂ ਤੇ ਬੱਦੇ ਨਹੀਂ ਸੀ ਛੁੱਟਣਾ ਤੁਸੀਂ। ਤੂੰ ਵੀ ਸ਼ੁਕਰ ਕਰ, ਵਿਹੜੇ 'ਚ ਲੱਤਾਂ ਪਸਰ ਕੇ ਤੂੰ ਵੀ ਨਾ ਪੈਂਦੋ। ਮੈਂ ਤੈਨੂੰ ਪਰਚੋਂ ਬਾਹਰ ਨਹੀਂ ਸੀ ਰਹਿਣ ਦੇਣਾ। ਚੱਲ ਛੱਡ ਬੀਬੀ, ਗੋਲੀ ਮਾਰ ਤੂੰ ਇਹਦੀਆਂ ਗੱਲਾਂ ਨੂੰ। ਤੂੰ ਹਾਂ ਕਰ, ਫੇਰ ਕਰਾਈਏ ਇੱਕ ਵਾਰੀ ਵਿਆਹ। ਬਾਪੂ ਜੀ, ਬੜੇ ਚਿਰ ਤੋਂ ਨਾ ਇੱਕ ਗੱਲ ਪੁੱਛਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਪੁੱਛ ਨਹੀਂ ਸਕੀ। ਅੱਜ ਪੁੱਛ ਲੈ ਪੁੱਤਰ। ਬਾਪੂ ਜੀ, ਤੁਸੀਂ ਵਿਆਹ ਕਰਵਾਇਆ ਨਹੀਂ ਕਿ? ਕਰਵਾਇਆ ਸੀ ਪੁੱਤਰ। ਮੇਰੀ ਪਤਨੀ ਸੀ, ਮੇਰੇ ਦੋ ਪੁੱਤਰ ਸਨ। ਮੈਂ ਫੌਜ ਵਿੱਚ ਨੌਕਰੀ ਕਰਦਾ ਸੀ। ਮੇਰੀ ਬੜੀ ਤਮੰਨਾ ਸੀ ਕਿ ਮੈਂ ਆਪਣੇ ਪੁੱਤਰਾਂ ਨੂੰ ਫੌਜੀ ਬਣਾਵਾਂਗਾ। ਜਦੋਂ ਮੈਂ ਫੌਜ ਚੋਂ ਰਿਟਾਇਰ ਹੋ ਕੇ ਆਇਆ ਤਾਂ ਪਤਾ ਲੱਗਾ ਮੇਰਾ ਵੱਡਾ ਮੁੰਡਾ ਪੁਲਿਸ 'ਚ ਭਰਤੀ ਹੋ ਗਿਆ। ਮੈਨੂੰ ਕੋਈ ਅਫਸੋਸ ਨਹੀਂ ਹੋਇਆ, ਬਲਕਿ ਮੈਂ खुश है। कोई गल नहीं जवान, पुलिस भी तो फोर्स है। बाप ने फौज विच रह के देश नू भारी दुश्मनों तो बचा के रखा है और पुत्र पुलिस विच रह के देश नू अंदरूनी दुश्मनों तो बचाएगा। जवान जेड़ी जिम्मेवारी अपने कंधे ते चुकी है उसनू ईमानदारी नाल जी जान नाल निभाना है, कोई शक नो सर। गुड गुड गुड, तुसी चिंता ना करो डैडी, तुहाडा पुत्र हर महाज से कामयाब होएगा। गुड, वेरी गुड। और एक गल और पुत्र, पुलिस महकमा रिश्वतखोरी दी बहुत बदनाम है। कदे रिश्वत नहीं लेना, समाज विरोधी अंसर खिलाफ डट के लड़ना है, ईमानदारी नाल अपने फर्ज को पूरा करना है, चाहे जान चली जाए। पहले देश फिर जान, कोई शक नो सर। मैं सोचा चलो छोटे पुत्र नूं फौज विच कमीशन दवावांगा। वो पढ़ाई च बहुत होशियार सी, सारे प्रोफेसरों नूं बहुत प्यार करदे सी। पर एक दिन जनाब कल्ली कल्ली चीज शान मारो। थानेदार साहब मैनू गल तो दसो, मैं रिटायर्ड फौजी हाँ, मेरे घर की तलाशी क्यों नहीं जा रही है? फौजी फौजिया, तेनू पता तेरा मुंडा अतवादी है? नहीं चंदल साहब, ये हो ही नहीं सकता। मेरा मुंडा अतवादी?
मैं सारी उम्र फौज च नौकरी की है। वड्डा मुंडा मेरा पुलिस मुलाजम है। पुलिस च भी अत्तवादी है गया, कराना ओदी भी इंक्वायरी। तुसी गलत इल्जाम ला रहे हो मेरे पुत्रा ते। मैं सारी उम्र देश की सेवा की है। तनख्वाह नहीं लई, पैसे लेके कीता कम। सेवा नहीं मजदूरी हुंदी है। क्यों भाई, मिलिया कुछ? नहीं जनाब, कुछ नहीं मिलिया। मुंडा तेरा साडी हिरासत च, मैनू आके मिल। थाने आना जी? कदों ते किथे मिलना ये तेनू मैं दसांगा। चलो ए। वेख भाई फौजिया, बंदा ते तू सौए, मुंडे तेरे च भी बल कोई नहीं। हुण गल मुकदी आ तेरे ते, छड़ दिए मुंडा तेरा। थोड़ी बहुत बहुत मेहरबानी जनाब। वेख रुपया लगूगा 3 लाख। 3 लाख? वो कहता खूह च डिग्गी एट कदे सुक्की नहीं निकलदी। मुंडे च वड़ भी कोई नहीं, फिर भी उन्हों छुड़ाउण लई 3 लाख रिश्वत देवा? ना दे, अन्ना खाता है साडे कोल मुकाबलियां दा, बना दिन्ने आ मुकाबला। पैसा नहीं ता तरक्की सही। मैं बथेरी भजनस की, अफसरां नूं भी मिलिया, पर किसी ने हामी न भरी। अखीर 3 लाख रुपया दे के मुंडे नूं छुड़ाया, पर पुलिस ने टॉर्चर कर करके मुंडे नूं नकारा कर दिता। बड़ी मुश्किल नाल 6 महीने च मुंडे नूं कायम किया। वो थानेदार बदल गया, दूसरा आ गया। हाँ भाई फौजिया, तू दस मुंडा कदों पेश करेगा? जनाब मुंडे च कोई बल नहीं, इंक्वायरी हो चुकी है, तां ही मुंडे नूं छड्डिया गया सी। ਇਹ ਇਨਕੁਆਰੀ ਪਹਿਲੇ ਥਾਣੇਦਾਰ ਨੇ ਕੀਤੀ ਸੀ, ਹੁਣ ਮੈਂ ਵੀ ਕਰ ਲਵਾਂ। ਤੂੰ ਮੁੰਡਾ ਪੇਸ਼ ਕਰ। मतलब 3 लाख उसने लिया सी, हुण 3 लाख तुसी लाओगे। मेरा वट्टा 5 लाख दा, ये मैं कल्लिया नहीं लेना, उपर भी अफसर बैठे आ। 5 लाख हो गए भावें 50 लाख, मैं एक दीवाने नहीं देंगा। मैं अपने कर्नल साहब नाल गल करांगा। तू करनल नाल गल कर जा जरनल नाल, मैनू कोई परवाह नहीं। अज ते तेरा मुंडा भज के बच गया, बकरे दी मां कद तक खैर मनाऊगी, कदे ते काबू आऊगा ही। फिर आऊंगा तू 5 दा 7 लाख लैके। चलो ए। डैडी, सतनाम तू आ गया? मैं आया नहीं डैडी, मैं जा रहा। मेरा इस रात तुर नूं जीत नहीं सी करता, पर लगदा हुण तुरे बगैर गुजारा भी नहीं। नहीं पुत नहीं, तू ਇਹੋ ਜਿਹਾ कुछ नहीं करना। मैं हाँ ना। ਤੁਸੀਂ ਕਿਹਦਾ ਘਰ ਭਰੋਗੇ ਡੈਡੀ? ਜਿਨ੍ਹਾਂ ਨੂੰ ਬੋਰੀਆਂ ਨਾਲ ਨੋਟ ਇਕੱਠੇ ਕਰਨ ਦੀ ਆਦਤ ਪੈ ਜਾਵੇ ਨਾ, ਉਹਨਾਂ ਦੇ ਢਿੱਡ ਨਹੀਂ ਭਰੇ ਜਾ ਸਕਦੇ। ਤੁਹਾਨੂੰ ਇਹਨਾਂ ਨੇ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਮਝ ਲਿਆ। ਜਦੋਂ ਤੁਹਾਡੇ ਕੋਲ ਪੈਸੇ ਮੁੱਕ ਗਏ, ਉਦੋਂ ਵੀ ਤਾਂ ਇਹਨਾਂ ਮੈਨੂੰ ਮਾਰਨਾ ਹੀ ਆ। ਤੁਸੀਂ ਆਪਣੇ ਪੈਸੇ ਸੰਭਾਲ ਕੇ ਰੱਖੋ, ਮੈਨੂੰ ਮੇਰੇ ਹਸ਼ਰ ਦਾ ਪਤਾ ਲੱਗ ਚੁੱਕਾ। मैं जा रहा डैडी। नहीं पुत नहीं, 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 ना जा पुत ना जा। मैंने पैसा नहीं, अपना पुत चाहिए, पुत चाहिए मैंने।
सतनाम चला गया। पुलिस बार बार मैनू थाने ले जाके टॉर्चर करती रही, जलील करती रही। बड़े मुंडे दी भी इंक्वायरियां हुई, घर दी बीमार रहन लग गई। घर च जिवें सुख शांति खत्म ही हो गई। फिर एक दिन अखबार च खबर आई कि पुलिस ते खाड़कुआं विचाले गह मुकाबले च एक पुलिसकर्मी ते एक खाड़कू मारिया गया। तस्वीर वेखिया तो दोवें मेरे पुत्र सन, मेरे पुत्र। देश के सियासतदाना ने अपनी कुर्सियां लई भरा भरा दा दुश्मन बना दिता। पुलिस वाले मानू या खाड़कू मरते तो मोहम्मद पुतिन। इन्हां दा की क्या? जे सोचा जावे तो यह नुकसान किसदा होया? पंजाब दा ते खास करके सिख कौम दा। इस गल नूं कोई नहीं विचारता, कोई नहीं विचारता इस गल नूं। ते तुहाडी पत्नी वो सदमा ना चल सकी जो भी अकाल पुरख के चरना जा बिराजे। फिर मैं उसे की करना सी? अपना घर अपना पिंड छड़ के मैं इतने गुरु घर आ गया। चलो जो दी मर्जी। रहरा साहब का बेड़ा हो गया, मैं और चलता है। किन्नियां प्यारियां बच्चियां थे। लोग तो कमले होंदे ने जेड़े धी जमी तो सोग मनाउंदे ने ते पुत्तर जमे तो भंगड़े पाउंदे ने। जमे तां पगड़े पाउंदे, धी जमे तां सोग मनाउंदे। पुत जमे तां पगड़े पाउंदे,
धी जमे तां सोग मनाउंदे धीआं घट नहीं पुत्रां नालों धीआं घट नहीं पुत्रां नालों धीआं ते क्यों कहर कमाउंदे धीआं घट नहीं पुत्रां नालों धीआं ते क्यों कहर कमाउंदे तुरदी आदम दी जेकर मां हवा ना हुंदी नानक भी ना जग ते आउंदे जेकर तृप्ता मां ना हुंदी पीर पैगंबर औरत जाए नहीं पुत्रा नालों धीआं ते क्यों कहर कमाउंदे सब तो पहला धी है जमदी फिर भैन फिर पत्नी मां तीजे मुक गई मुक जावणगे सारे रिश्तियां दे ही ना जिस तो सारे रिश्ते फुटदे उसे मुड नू क्यों मुकाउंदे घट नहीं पुत्रा नालों धीआं ते क्यों कहर कमाउंदे केड़ी दौड़ असी दौड़ रहे हां गल हो गई समझ तो बाहर खा लई बजुर्गां दा नारे सत्कार धर्मां वल्लों पिठ मोड़ के फर्ज़ां तो क्यों मुंह पवाउंदे धीआं घट नहीं पुत्रा नालों धीआं ते क्यों कहर कमाउंदे बई पुत्रो मेरे पुत्रा दी ग्रेजुएशन तो होगी हुण अगों की विचार बापू जी मैं बिरध आश्रम खोलना चाहनी हां मैं इदां दे कई बुजुर्ग देखे ने ਜਿਹੜੇ ਸੜਕਾਂ ਤੇ ਰੁਲਦੇ ਨੇ ਜਿਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਵੀ ਨਹੀਂ ਤੇ ਮੈਂ ਇਹੋ ਜਿਹੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨਾ ਚਾਹਨੀ ਹਾਂ ਮਾਨਵਤਾ ਸੜਕਾਂ ਤੇ ਰੁਲੇ ਇਹ ਤਾਂ ਮਨੁੱਖਤਾ ਲਈ ਮਿਹਣਾ ਹੈ ਨਾ ਵਾਰੇ ਜਾਵਾਂ ਤੇਰੀ ਸੋਚ ਦੇ ਪੁੱਤਰ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਨਾ ਸਾਡੇ ਧਰਮ ਸਾਡੇ ਸਮਾਜ ਦੇ ਮੁੱਖ ਵਿਸ਼ੇਸ਼ਤਾ ਹੈ ਪਰ ਅਫਸੋਸ ਅੱਜਕੱਲ ਨੌਜਵਾਨ खुदगर्जी दे रौं विच सब कुछ भुलदे जा रहे ने पर पुत्र बिरध आश्रम खोलने ली जगह भी ते चाहिदी है ना ले ओ पुत्र पिंड मेरा एडा बड़ा घर जे उथे ए आश्रम खोल गए ओ तो धरती धन होगी पुत्र समझ ले तेरा बिरध आश्रम खुल गया ते मनजोत पुत्र तू की करना
ਬਾਪੂ ਜੀ ਮੈਂ ਤਾਂ LLB ਕਰਾਂਗੀ। ਜਿਹੜੇ ਬੱਚੇ ਬਜ਼ੁਰਗਾਂ ਤੋਂ ਆਪਣੇ ਨਾਮ ਪ੍ਰਾਪਰਟੀ ਕਰਵਾ ਕੇ ਉਹਨਾਂ ਨੂੰ ਰੁਲਣ ਲਈ ਛੱਡ ਦਿੰਦੇ ਨੇ, ਮੈਂ ਉਹਨਾਂ ਨੂੰ ਅਦਾਲਤ ਵਿੱਚ ਖਿੱਚ ਕੇ ਬਜ਼ੁਰਗਾਂ ਨੂੰ ਇਨਸਾਫ ਦਿਵਾਇਆ ਕਰਾਂਗੀ। ਵਾਹ ਪੁੱਤਰ ਵਾਹ, ਦੋਵਾਂ ਭੈਣਾਂ ਦੀ ਇੱਕ ਹੀ ਸੋਚ, ਬਜ਼ੁਰਗਾਂ ਨੂੰ ਇਨਸਾਫ ਦਿਵਾਉਣਾ ਹੈ। ਮੈਨੂੰ ਮਾਣ ਹੈ ਤੁਹਾਡੇ ਤੇ, ਮੈਨੂੰ ਮਾਣ ਹੈ ਤੁਹਾਡੀ ਮਾਤਾ ਤੇ, ਮੈਨੂੰ ਮਾਣ ਹੈ ਉਸ ਸੁਲੱਖਣੀ ਕੁੱਖ ਤੇ ਜਿਸ ਨੇ ਤੁਹਾਨੂੰ ਜੰਮਿਆ। ਨਹੀਂ ਨਹੀਂ, ਮੈਂ ਆਪਣਾ ਇਹ ਖੇਤ ਨਹੀਂ ਵੇਚਣਾ। ਮੇਰੇ ਕੋਲ ਹੋਰ ਰਹਿ ਕੀ ਗਿਆ ਏ? ਸਿਰਫ ਇੱਕ ਖੇਤ ਹੀ ਤਾਂ ਬਚਿਆ ਏ, ਉਹ ਵੀ ਵੇਚ ਦਿਆਂ ਇਹਦੇ ਨਸ਼ੇ ਪੂਰੇ ਕਰਨ ਲਈ। ਵੇ ਕਿਹੜੇ ਖੇਤ? ਖੇਤ ਸੀ ਮੇਰੇ ਆਦਮੀ ਦੇ, ਉਹ ਨਾਲ ਲੈ ਗਿਆ। ਜਦ ਤੂੰ ਕਿਹੜਾ ਹਿੱਕ ਤੇ ਧਰ ਕੇ ਲੈ ਜਾਣੇ ਆ? ਵੇਚ ਦੇ ਜੇ ਨਿਆਣਾ ਕਹਿੰਦਾ ਤਾਂ। ਸੱਚ ਪੁੱਛੇ ਨਾ ਮਾਤਾ, ਇਸ ਘਰ ਦਾ ਬੇੜਾ ਹੀ ਤੂੰ ਗਰਕ ਕੀਤਾ ਏ। ਪਹਿਲਾਂ ਮੇਰੀਆਂ ਬੇੜੀਆਂ 'ਚ ਵੱਟੇ ਪਾਏ, ਹੁਣ ਇਹਦੀਆਂ 'ਚ ਪਾ ਰਹੀ ਏ। ਦਰ ਫਿਟੇ ਮੂੰਹ ਤੇਰਾ, ਲੱਖ ਲਾਹਨਤ ਦੀ। ਆ ਸਿਲਾ ਦਿੱਤਾ ਹੀ ਲਾੜ ਲੜਾਉਣ ਦਾ। ਮੈਂ ਤਾਂ ਹੋਈ ਮਰ ਗਈ ਇਸ ਘਰ ਦੀ। ਤੇਰੀਆਂ ਇਹਨਾਂ ਚਤਰਾਈਆਂ ਨੇ ਨਾ ਮੇਰੀ ਕਿਸੇ ਵੀ ਜਨਾਨੀ ਨੂੰ ਇਸ ਘਰ ਵਸਣ ਨਹੀਂ ਦਿੱਤਾ। ਬਾਪੂ ਮੇਰਾ ਮਰ ਗਿਆ ਤੇਰੇ ਦੁੱਖੋਂ। ਚੁੱਪ ਕਰ ਬੁੜਿਆ, ਚੁੱਪ ਕਰਕੇ ਇੱਥੇ ਗੁੱਠਾ ਲਾ ਦੇ। ਮੈਂ ਨਹੀਂ ਲਾਉਣਾ। ਅੱਛਾ ਮੈਨੂੰ ਫਿਰ ਦਬਾਉਣਾ ਆਉਂਦਾ, ਲਾਉਣਾ ਕਿੱਥਾਂ ਨਾ ਨਾ ਪਤਾ ਨਾ, ਜ਼ਬਰਦਸਤੀ ਨਾ ਕਰ ਪੁੱਤ। ਲਾ ਦਿੱਤਾ, ਲਾ ਦਿੱਤਾ। ਦਫਾ ਤੋਂ ਮੁੜ ਕੇ ਮੈਨੂੰ ਆਪਣੀ ਸ਼ਕਲ ਨਾ ਵਿਖਾਈ। ਉਹ ਮੈਂ ਵੀ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ। ਮੈਂ ਇਸ ਘਰ ਵਿੱਚ ਰਹਿਣਾ ਹੀ ਨਹੀਂ। ਚਲ ਜਾ ਤੂੰ। ਆ ਪੁੱਤ ਲੈਣ ਲਈ ਮੈਂ ਪਾਪਾਂ ਦੀ ਭਾਗੀਦਾਰ ਬਣੀ, ਖੂਨ ਨਾਲ ਹੱਥਾਂ ਨੂੰ ਰੰਗਿਆ, ਆਪਣੀ ਹੀਰੇ ਵਰਗੀ ਨੂੰਹ ਨੂੰ ਘਰੋਂ ਕੱਢਿਆ, ਉਹਨੂੰ ਮਾਰਨ ਤੇ ਤੁਲ ਗਈ। ਆਪਣੇ ਆਦਮੀ ਦੀ ਇੱਕ ਨਾ ਸੁਣੀ। ਆ ਪੁੱਤ ਲੈਣ ਲਈ ਨਾ ਤਾਂ ਰੱਖਿਆ ਸੀ ਕੁਲਤਾਰ, ਪਰ ਇਹਨੇ ਤਾਂ ਮੇਰੀ ਕੁੱਲ ਦਾ ਨਾਸ ਕਰਕੇ ਰੱਖ ਦਿੱਤਾ। बुखार है, तुसी इदा करो डॉक्टर संधू नु कहो कि एक बार आश्रम आ जान। ठीक है भैन जी। साथ संगत जी जरा सोचो, ਅਸੀਂ ਪੰਜਾਬ ਦੇ ਅਣਖੀ ਲੋਕ ਕਿਹੜੇ ਰਾਹਾਂ ਵੱਲ ਤੁਰ ਪਏ। ਅਸੀਂ ਆਪਣੀਆਂ ਬੱਚੀਆਂ ਨੂੰ ਕੁੱਖਾਂ 'ਚ ਮਾਰਨਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਨੌਜਵਾਨੀ ਨੂੰ ਤਲਾਂਜਲੀ ਦੇ ਦਿੱਤੀ। ਨਸ਼ਿਆਂ ਨੇ ਸਾਡੀ ਮੱਤ ਮਾਰ ਲਈ। ਬਾਣਾ ਅਸੀਂ ਅਲੋਪ ਕਰ ਲਿਆ। ਪਤਿਤ ਪੁਣਾ ਘਰ ਘਰ ਵਸ ਗਿਆ। ਵਿਰਸੇ ਤੋਂ ਆਪਾਂ ਕੋਹਾਂ ਦੂਰ ਹੋ ਗਏ। ਕੁਰੀਤੀਆਂ ਦਾ ਕੋੜ ਸਾਡੇ ਗਲ 'ਚ ਪੈ ਗਿਆ। ਗੁਰੂਆਂ ਦਾ ਡਰ ਪੋ ਅਸੀਂ ਤਿਆਗ ਦਿੱਤਾ। ਸਾਡੇ ਪੱਲੇ ਕੀ ਰਹਿ ਗਿਆ। ਪੰਜਾਬੀਓ, ਇੱਕ ਗੱਲ ਯਾਦ ਰੱਖਿਓ, ਜੇ ਅਸੀਂ ਇਸ ਤਰ੍ਹਾਂ ਹੀ ਆਪਣੀਆਂ ਬੱਚੀਆਂ ਦੀ ਭਰੂਣ ਹੱਤਿਆ ਕਰਦੇ ਰਹੇ
ਤਾਂ ਸਾਨੂੰ ਆਪਣੇ ਪੁੱਤਰਾਂ ਦੇ ਘਰ ਵਸਾਉਣ ਲਈ ਦੂਜੇ ਰਾਜਾਂ ਚੋਂ, ਦੂਜੇ ਧਰਮਾਂ ਚੋਂ ਲੜਕੀਆਂ ਮੁੱਲ ਲਿਆਉਣੀਆਂ ਪੈਣਗੀਆਂ। ਫਿਰ ਹੋਏਗਾ ਕੀ? ਸਾਡੀਆਂ ਆਉਣ ਵਾਲੀਆਂ ਨਸਲਾਂ ਦੋਗਲੀਆਂ ਬਣ ਜਾਣਗੀਆਂ। ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗੇ ਬਹਾਦਰ ਪੈਦਾ ਹੋਣ ਦੀ ਆਸ ਛੱਡ ਦਿਓ, ਕਿਉਂਕਿ ਦੋਗਲੀਆਂ ਨਸਲਾਂ ਚੋਂ ਇਹੋ ਜਿਹੇ ਬਹਾਦਰ ਸੂਰਮੇ ਕਦੇ ਪੈਦਾ ਨਹੀਂ ਹੁੰਦੇ। ਸਾਧ ਸੰਗਤ ਜੀ, ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ ਕਿ ਜੋ ਬੱਚੀ ਪਰਮਾਤਮਾ ਨੇ ਗਰਭ ਵਿੱਚ ਭੇਜੀ ਹੈ, ਕਿਤੇ ਇਸਨੇ ਸੰਸਾਰ ਵਿੱਚ ਆ ਕੇ ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ, ਮਾਤਾ ਵਿਰਾਈ ਜੀ, ਮਾਤਾ ਦਮੋਦਰੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਦੀ ਵਿਰਾਸਤ ਨੂੰ ਤਾਂ ਅਗਾਹ ਨਹੀਂ ਤੋਰਨਾ। ਜਿਸ ਬੱਚੀ ਦੀ ਅਸੀਂ ਭਰੂਣ ਹੱਤਿਆ ਕਰਨ ਬਾਰੇ ਸੋਚ ਰਹੇ ਹਾਂ, ਕਿਤੇ ਉਸ ਦੇ ਅੰਦਰ ਸ਼ਰਨ ਕੌਰ, ਸਦਾ ਕੌਰ, ਮਹਾਰਾਣੀ ਜਿੰਦ ਕੌਰ ਦੀ ਰੂਹ ਤੇ ਨਹੀਂ ਆ? ਸੋਚੋ ਸਾਧ ਸੰਗਤ ਜੀ, ਸੋਚੋ। अजय भी वक्त है अकला कर लो, डुल्ले बेर इकट्ठे कर लो। दर मालक दे जाओगे बख्शे, उस मालक दा पल्ला फड़ लो। उस दाते दी मर्जी अगे क्यों नहीं अपना सीस चुकाउंदे। धीया कट नहीं पुत्रा नालों, धीया ते क्यों कहर कमाउंदे। धीया कट नहीं पुत्रा नालों, 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 धीया कट नहीं पुत्रा नालों।
बर्बाद होया। मैं सारी उम्र आदमी दी एक नहीं सुनी। पहला लाड़ च पुत बिगाड़िया, फिर पोतरा। सरपंच ठीक ही कहना हुंदा सी, मुंडे ते रंबे चंगे ही काम होंदे ने, पर मैं जानी शाम कुरे, तू ते हट च अपना घर ही बर्बाद कर लिया, सब कुछ उड़ दिता। अब पछताए क्या हो, जब चिड़िया चौगी खेत दे बापू, आज ते तुम माफी मंगण नूं जी करदा। पुत्र, धन है वो कुख जिसने तेनू जन्म दिता। तू बचा लिया मैनू। पर पापा जी, तुसी हाले तक मैनू अपने पिंड दा नाम नहीं दस्या। छड्ड पुत्र, जेड़ा छड्डिया गरां ਉਹਦਾ ਲੈਣਾ ਕੀ ਨਾ। हेलो, हाँ मंजूर। मनदीप, मुबारक होन, मैं LLB पास कर ली है। बापू जी, मेरी भैन वकील बन गई है। हाँ मंजूर, तू मम्मी ते बापू जी नु फोन करके जरूर दसी, उन्होंने बहुत खुशी होनी है। हाँ खासा बढ़िया ना, तू की समझ तू किसी को दसेगा नहीं तो सानू पता नहीं लगूगा। तू इत्थे की करना है? झूठा झूठा लवाना है, तो घर ही ते रह गया, की करना रख के। हुण ना मैं लाया तेरे ते ਵੱਡੇ ਵੀ ਗੁੱਠਾ ਲਾਉਣਗੇ। ਮੈਂ ਕਿਹਾ ਨਾ, ਮੈਂ ਨਹੀਂ ਲਾਉਣਾ ਗੁੱਠਾ, ਮੈਂ ਨਹੀਂ ਲਾਉਣਾ ਗੁੱਠਾ, ਮੈਂ ਨਹੀਂ ਲਾਉਣਾ ਗੁੱਠਾ, ਮੈਂ ਨਹੀਂ ਲਾਉਣਾ ਗੁੱਠਾ। जज साहब, चश्मदीद गवाह बीबी मनदीप कौर दी गवाही ने यह साबित कर दिता है मुजरिम करनैल सिंह ने अपने बेटे कुलतार सिंह दा कत्ल कीता है। एक बाप ने बेटे दा कत्ल करके बाप ते बेटे दे रिश्ते नू बदनुमा दाग लगाया है, समाजिक कदरां कीमतां दा गान कीता है। इसलिए मुजरिम नू सख्त तो सख्त सजा दी जावे। दैट्स ऑल जज साहब। करनैल सिंह, तू अपनी सफाई विच कुछ कहना चाहना? नहीं सरकार, मैं कुछ भी नहीं कहना चाहता। तेरे को तेरा केस लाने लिए कोई वकील है? नहीं जज साहब, मेरा कोई वकील नहीं। वकील है जज साहब, मैं इन्हां दा केस लड़ांगी।
ਤੁਹਾਡਾ ਨਾਮ? ਜੀ ਮਨਦੀਪ ਕੌਰ। ਤੁਸੀਂ ਕੀ ਕਰਦੇ ਹੋ? ਜੀ ਮੈਂ ਬਿਰਧ ਆਸ਼ਰਮ ਚਲਾ ਰਹੀ ਹਾਂ। ਇਹ ਆਦਮੀ ਜੋ ਕਟਹਿਰੇ ਵਿੱਚ ਖੜਾ ਹੈ, ਤੁਸੀਂ ਉਸ ਨੂੰ ਜਾਣਦੇ ਹੋ? ਜੀ ਹਾਂ, ਇਹ ਮੇਰੇ ਬਿਰਧ ਆਸ਼ਰਮ ਵਿੱਚ ਰਹਿੰਦੇ ਨੇ। ਜਿਸ ਵਕਤ ਕੁਲਤਾਰ ਸਿੰਘ ਦਾ ਕਤਲ ਹੋਇਆ ਉਸ ਵਕਤ ਤੁਸੀਂ ਉੱਥੇ ਮੌਜੂਦ ਸੀ? ਜੀ ਹਾਂ। ਇਹਨਾਂ ਨੇ ਕੁਲਤਾਰ ਸਿੰਘ ਦਾ ਕਤਲ ਕਿਸ ਹਥਿਆਰ ਨਾਲ ਕੀਤਾ? ਜੀ ਹਥਿਆਰ ਤਾਂ ਕੋਈ ਵੀ ਨਹੀਂ ਸੀ। ਦਰਅਸਲ ਕੁਲਤਾਰ ਸਿੰਘ ਇਹਨਾਂ ਤੋਂ ਕਿਸੇ ਕਾਗਜ਼ ਤੇ ਅੰਗੂਠਾ ਲਗਵਾਉਣ ਆਇਆ ਸੀ ਤੇ ਇਹਨਾਂ ਨੇ ਅੰਗੂਠਾ ਲਗਾਉਣ ਤੋਂ ਇਨਕਾਰ ਕਰ ਦਿੱਤਾ। ਬਸ ਇਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਹਾਥਾਪਾਈ ਹੋ ਗਈ ਤੇ ਅਚਾਨਕ ਕੁਲਤਾਰ ਸਿੰਘ ਜ਼ਮੀਨ ਤੇ ਡਿੱਗ ਗਿਆ ਤੇ ਬਸ ਉਸ ਤੋਂ ਬਾਅਦ ਉੱਠਿਆ ਨਹੀਂ। ਤੁਸੀਂ ਉਸ ਵਕਤ ਕਿੱਥੇ ਸੀ? ਜੀ ਮੈਂ ਫੋਨ ਤੇ ਗੱਲ ਕਰ ਰਹੀ ਸੀ। ਤੇ ਤੁਸੀਂ ਇਹਨਾਂ ਨੂੰ ਛੁਡਾਇਆ ਕਿਉਂ ਨਹੀਂ? ਜਦੋਂ ਤੱਕ ਮੈਂ ਵਾਪਸ ਆਈ ਇਹ ਵਾਕਿਆ ਹੋ ਚੁੱਕਾ ਸੀ। ਸ਼ੁਕਰੀਆ, ਤੁਸੀਂ ਹੁਣ ਜਾ ਸਕਦੇ ਹੋ। ਜੀ। ਜੱਜ ਸਾਹਿਬ, ਕੁਲਤਾਰ ਸਿੰਘ ਨੇ ਜ਼ਬਰਦਸਤੀ ਕਰਨੈਲ ਸਿੰਘ ਤੋਂ ਅੰਗੂਠਾ ਲਵਾਉਣ ਦੀ ਕੋਸ਼ਿਸ਼ ਕੀਤੀ। ਕਰਨੈਲ ਸਿੰਘ ਤੇ ਕੁਲਤਾਰ ਸਿੰਘ ਦੀ ਹੱਥਾਪਾਈ ਹੋ ਗਈ, ਜਿਸ ਵਿੱਚ ਕੁਲਤਾਰ ਸਿੰਘ ਥੱਲੇ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਜੱਜ ਸਾਹਿਬ, ਇਸ ਵਿੱਚ ਕਿਤੇ ਵੀ ਇਹ ਸਾਬਿਤ ਨਹੀਂ ਹੁੰਦਾ ਕਿ ਕਰਨੈਲ ਸਿੰਘ ਨੇ ਕੁਲਤਾਰ ਸਿੰਘ ਦਾ ਕਤਲ ਕੀਤਾ ਹੈ, ਜਦਕਿ ਸੱਚਾਈ ਇਹ ਹੈ ਕਿ ਕੁਲਤਾਰ ਸਿੰਘ ਨਸ਼ਿਆਂ ਦਾ ਆਦੀ ਸੀ, ਜਿਸ ਕਰਕੇ ਕਰਨੈਲ ਸਿੰਘ ਦੀ ਸਾਰੀ ਜ਼ਮੀਨ ਵਿਕ ਗਈ ਤੇ ਉਸਨੇ ਕਰਨੈਲ ਸਿੰਘ ਨੂੰ ਘਰੋਂ ਕੁੱਟ ਕੇ ਬਾਹਰ ਕੱਢ ਦਿੱਤਾ। ਜੱਜ ਸਾਹਿਬ, ਕਰਨੈਲ ਸਿੰਘ ਮਨਦੀਪ ਕੌਰ ਦੇ ਆਸ਼ਰਮ ਵਿੱਚ ਜ਼ਿੰਦਗੀ ਕੱਟ ਰਿਹਾ ਸੀ ਤੇ ਕਰਨੈਲ ਸਿੰਘ ਦੇ ਨਾਮ ਸਿਰਫ ਇੱਕ ਘਰ ਰਹਿ ਗਿਆ ਸੀ, ਜਿਸ ਨੂੰ ਵੇਚਣ ਲਈ ਕੁਲਤਾਰ ਸਿੰਘ ਜ਼ਬਰਦਸਤੀ ਕਰਨੈਲ ਸਿੰਘ ਦਾ ਅੰਗੂਠਾ ਲਵਾਉਣਾ ਚਾਹੁੰਦਾ ਸੀ। ਮੇਰੀ ਮਾਣਯੋਗ ਅਦਾਲਤ ਅੱਗੇ ਬੇਨਤੀ ਹੈ ਕਿ ਉਹ ਕੁਲਤਾਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਨੂੰ ਚੰਗੀ ਤਰ੍ਹਾਂ ਜਾਂਚਣ, ਕਿਉਂਕਿ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਉਸ ਦੀ ਮੌਤ ਡਿੱਗਣ ਕਰਕੇ ਨਹੀਂ ਬਲਕਿ ਉਹ ਮਰਨ ਕਰਕੇ ਡਿੱਗਿਆ ਤੇ ਉਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਸੀ, ਜੋ ਕਿ ਜ਼ਿਆਦਾ ਨਸ਼ੇ ਕਾਰਨ ਹੋਇਆ। ਜੱਜ ਸਾਹਿਬ, ਕਰਨੈਲ ਸਿੰਘ ਉਸ ਦੀ ਮੌਤ ਲਈ ਕਿਤੇ ਵੀ ਜ਼ਿੰਮੇਵਾਰ ਨਹੀਂ ਹੈ। ਦੈਟਸ ਆਲ ਮਾਈ ਲਵ। ਕੁਲਤਾਰ ਸਿੰਘ ਦੇ ਪੋਸਟਮਾਰਟਮ ਦੀ ਰਿਪੋਰਟ ਨੂੰ ਘੋਖਣ ਤੋਂ ਬਾਅਦ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਕਿ ਕੁਲਤਾਰ ਸਿੰਘ ਦੀ ਮੌਤ ਹਾਰਟ ਅਟੈਕ ਦੇ ਨਾਲ ਹੋਈ ਹੈ। ਸੋ ਇਹਨਾਂ ਸਾਰੇ ਤੱਥਾਂ ਨੂੰ ਮੁੱਖ ਰੱਖਦੇ ਹੋਏ ਕਰਨੈਲ ਸਿੰਘ ਨੂੰ ਬਾਇਜ਼ਤ ਬਰੀ ਕੀਤਾ ਜਾਂਦਾ ਹੈ। बाबा जी आओ चलिए, आश्रम च सब तुहाडा इंतजार कर रहे हैं। नहीं मनदीप, पहला आश्रम नहीं गुरुद्वारा साहब मत्था टेकन जाना है। गुरु साहिबान ने पहले केस विच फतेह बख्शी है, उन्होंने शुकराना करन जाना। ये तो बहुत वधिया गल है। बाबा जी आओ चलिए। ਭੈਣ, ਮੈਂ ਤੁਹਾਡੀ ਪਹਿਲੀ ਨੌ ਦੇਖੀ ਸੀ। ਕਿੱਥੇ ਵੇਖੀ ਸੀ? ਰਾਮਪੁਰ ਖੇੜੇ। ਹਰਪ੍ਰੀਤ, ਤੂੰ? ਮਮਾ, ਤੁਸੀਂ ਜਾਣਦੇ ਹੋ ਇਹਨਾਂ ਨੂੰ? ਮਮਾ, ਕੌਣ ਨੇ? ਇਹ ਆਪ ਹੀ ਦੱਸਣਗੇ ਇਹ ਕੌਣ ਨੇ। ਪੁੱਤਰ, ਮੈਂ ਗੁਰੂ ਕਰ ਖਲੋ ਕੇ ਝੂਠ ਨਹੀਂ ਬੋਲਾਂਗਾ। ਮੈਂ ਤੁਹਾਡਾ ਉਹ ਬਦਕਿਸਮਤ ਬਾਪ ਹਾਂ
ਜੋ ਤੁਹਾਨੂੰ ਧੋਖੇ 'ਚ ਹੀ ਮਾਰ ਦੇਣਾ ਚਾਹੁੰਦਾ ਸੀ। ਪਰ ਅਸ਼ਕੇ ਤੁਹਾਡੀ ਇਸ ਦੇਵੀ ਮਾਂ ਦੇ, ਜਿਸਨੇ ਮੈਨੂੰ ਵੀ ਪਾਪੀ ਬਣਨ ਤੋਂ ਰੋਕ ਲਿਆ ਤੇ ਤੁਹਾਨੂੰ ਦੁਨੀਆ ਵਿੱਚ ਲਿਆ ਕੇ ਇਸ ਕਾਬਲ ਬਣਾ ਦਿੱਤਾ ਕਿ ਹਰ ਕੋਈ ਤੁਹਾਡੇ ਤੇ ਮਾਣ ਕਰ ਸਕੇ। ਸ਼ਾਇਦ ਮੈਂ ਵੀ ਘਬਰਾ ਜਾਂਦੀ ਜੇ ਇਹ ਬਾਪੂ ਜੀ ਮੇਰੇ ਸਿਰ ਤੇ ਹੱਥ ਨਾ ਰੱਖਦੇ। ਹਰਪ੍ਰੀਤ, ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤਾ ਏ। ਉਸ ਅਕਾਲ ਪੁਰਖ ਨੇ ਮੈਨੂੰ ਵੀ ਸਜ਼ਾ ਬਹੁਤ ਵੱਡੀ ਦਿੱਤੀ ਏ। ਜਿਸ ਪੁੱਤਰ ਨੂੰ ਹਾਸਲ ਕਰਨ ਲਈ ਮੈਂ ਤੇਰੇ ਤੇ ਜ਼ੁਲਮ ਕਰਦਾ ਰਿਹਾ, ਉਹੀ ਪੁੱਤਰ ਮੇਰੇ ਤੇ ਜ਼ੁਲਮ ਕਰ ਗਿਆ। ਕਰਨੈਲ, ਬੀਬੀ, ਹਰਪ੍ਰੀਤ, ਬੀਬੀ ਇੱਧਰ ਵੇਖ, ਇਹ ਮੇਰੀਆਂ ਧੀਆਂ ਨੇ। ਜਦ ਪੁੱਤ ਨੇ ਮੈਨੂੰ ਘਰੋਂ ਦੁਰਕਾਰ ਦਿੱਤਾ ਤਾਂ ਮੇਰੀ ਇਸ ਧੀ ਨੇ ਮੈਨੂੰ ਸਹਾਰਾ ਦਿੱਤਾ। ਜਦ ਪੁੱਤ ਮੈਨੂੰ ਕਤਲ ਕੇਸ ਵਿੱਚ ਫਸਾ ਗਿਆ ਤਾਂ ਮੇਰੀ ਇਸ ਧੀ ਨੇ ਮੈਨੂੰ ਬਚਾਇਆ। ਇਹ ਸਭ ਹਰਪ੍ਰੀਤ ਦੀ ਮਿਹਨਤ ਸਦਕਾ ਏ। ਮੈਨੂੰ ਮਾਫ ਕਰ ਦੇਤੀ ਹੈ। ਨਹੀਂ ਮਾਂ ਜੀ, ਪੈਰਾਂ ਨੂੰ ਹੱਥ ਲਾਉਣਾ ਤੁਹਾਡਾ ਨਹੀਂ, ਮੇਰਾ ਫਰਜ਼ ਹੈ। ਤੁਹਾਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਹੋ ਗਿਆ। ਲੋਕ ਪਰਲੋਕ ਵਿੱਚ ਤੁਹਾਡੇ ਗੁਨਾਹ ਬਖਸ਼ੇ ਗਏ। ਧੀਓ, ਇਸ ਪਾਪਣ ਦਾਦੀ ਦੇ ਗੱਲ ਨਹੀਂ ਲੱਗੋਗੀਆਂ। ਦੁਨੀਆ ਵਾਲਿਓ, ਮੇਰੇ ਘਰ ਦੀ ਤਬਾਹੀ ਤੋਂ ਤੁਸੀਂ ਸਬਕ ਜ਼ਰੂਰ ਲੈਣਾ। ਧੀਆਂ ਪੁੱਤਰਾਂ ਨੂੰ ਇੱਕ ਬਰਾਬਰ ਜਾਣਨਾ, ਧੀਆਂ ਨੂੰ ਦਰਕਾਰੋ ਨਾ ਤੇ ਪੁੱਤਰਾਂ ਨੂੰ ਬੇਲੋੜੇ ਲਾਡ ਨਾ ਲੜਾਓ। ਜਿਸ ਦਿਨ ਮੇਰੇ ਕਰਨੈਲ ਨੇ ਪਹਿਲੀ ਗਲਤੀ ਕੀਤੀ ਸੀ, ਮੈਂ ਉਸੇ ਦਿਨ ਉਹਦੇ ਮੂੰਹ ਤੇ ਥੱਪੜ ਮਾਰਿਆ ਹੁੰਦਾ ਤਾਂ ਸ਼ਾਇਦ ਮੇਰਾ ਘਰ ਇਸ ਤਬਾਹੀ ਤੋਂ ਬਚ ਜਾਂਦਾ। ਪੰਜਾਬੀਓ, ਮੇਰੀ ਬੇਨਤੀ ਏ, ਅਣਜੰਮੀਆਂ ਦੇਵੀਆਂ ਨੂੰ ਨਾ ਮਾਰੋ। ਵਾਸਤਾ ਜੇ ਰੱਬ ਦਾ, ਆਪਾਂ ਅੰਧਕਾਰ ਵਿੱਚ ਭਟਕ ਰਹੇ ਹਾਂ। ਸਾਨੂੰ ਨਹੀਂ ਪਤਾ ਕਿ ਕਿੰਨਾ ਦੇਵੀਆਂ ਦੀ ਕੁੱਖੋਂ ਕਿੰਨਾ ਭਗਤਾਂ, ਸੂਰਮਿਆਂ ਤੇ ਦਾਤਿਆਂ ਨੇ ਜਨਮ ਲੈਣਾ ਏ। ਇਸ ਸੰਸਾਰ ਨੂੰ ਭਗਤਾਂ, ਸੂਰਮਿਆਂ, ਦਾਤਿਆਂ ਤੇ ਨੇਕ ਇਨਸਾਨਾਂ ਤੋਂ ਵਾਂਝਿਆ ਨਾ ਕਰੋ। ਇਹਨਾਂ ਅਣਜੰਮੀਆਂ ਦੇਵੀਆਂ ਨੂੰ ਨਾ ਮਾਰੋ। ਇਹਨਾਂ ਦੇਵੀਆਂ ਦੀ ਹੂਕ ਸੁਣੋ, ਜੋ ਕਹਿ ਰਹੀਆਂ ਨੇ, ਸਾਨੂੰ ਨਾ ਮਾਰੋ, ਸਾਨੂੰ ਨਾ ਮਾਰੋ, ਸਾਨੂੰ ਨਾ ਮਾਰੋ। ਸਾਡੀਆਂ ਵੀ ਸੁਣ